ਆਪਾਂ ਸਟਾਰਟ ਕਰਨ ਲੱਗੇ ਆ ਹੁਣ ਚੈਪਟਰ ਨੰਬਰ 3 ਚੈਪਟਰ ਦਾ ਨਾਮ ਕੀ ਹੈ ਬੇਟਾ ਸਾਡੇ ਦਾ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਤਾਂ ਪਹਿਲਾਂ ਜਦੋਂ ਪਿਛਲੀਆਂ ਕਲਾਸਾਂ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਇੱਕ ਚੱਲ ਵਾਲੀ ਜਿਹੜੀ ਸਮੀਕਰਨ ਉਹ ਕਰਕੇ ਆਏ ਸੀਗੇ। ਹੁਣ ਸਾਡੇ ਕੋਲੇ ਵੇਖੋ ਦੋ ਚੱਲ ਹੁੰਦੇ ਕੀ ਆ ਸਾਡੇ ਕੋਲ ਜਦੋਂ x ਤੇ y ਦੋ ਤਰ੍ਹਾਂ ਦੇ ਜਿਹੜੇ ਚੱਲ ਦੇ ਦਿੱਤੇ ਜਾਣ ਉਹਨੂੰ ਦੋ ਚਲਾਂ ਵਾਲੀ ਰੇਖੀ ਸਮੀਕਰਨ ਜੋੜੇ ਕਿਹਾ ਜਾਂਦਾ ਜਾਂ ਉਹਨੂੰ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ ਕਿਹਾ ਜਾਂਦਾ। ਪੇਅਰ ਦਾ ਮਤਲਬ ਸਾਡੇ ਕੋਲ ਇਹ ਦੋ ਸਮੀਕਰਨਾਂ ਦਿੱਤੀਆਂ ਵੀ ਆ, ਠੀਕ ਹੈ। ਤਾਂ ਇਹਦੇ ਵਿੱਚ ਵੇਖੋ ਅਸੀਂ ਲਿਖੀ ਆ ਜਿਹੜੀ a1x plus b1y is equal to c1, a2x plus b2y is equal to c2। ਇਹ ਸਾਡੇ ਕੋਲੇ ਜੋੜਾ ਸਮੀਕਰਨਾਂ ਦਾ। ਤਾਂ ਦੇਖੋ ਬੇਟਾ ਜਿਹੜੀਆਂ ਵੀ ਸਮੀਕਰਨਾਂ ਹੁੰਦੀਆਂ ਅਸੀਂ ਉਹਨੂੰ ਗ੍ਰਾਫਿਕਲੀ ਵੀ ਸੋਲਵ ਕਰਦੇ ਆ ਤੇ ਬਿਨਾਂ ਗ੍ਰਾਫ ਤੋਂ ਵੀ ਸਾਡੇ ਕੋਲੇ ਕੁਐਸਚਨ ਆਊਗਾ ਪੇਪਰ ਦੇ ਵਿੱਚ ਉਹਨੂੰ ਸੋਲਵ ਕਰਨ ਦਾ। ਤਾਂ ਪਹਿਲਾਂ ਆਪਾਂ ਬਿਨਾਂ ਗ੍ਰਾਫ ਤੋਂ ਆ ਜਿਹੜਾ ਉਹ ਸੋਲਵ ਕਰਨਾ ਜਿਹੜਾ ਸਿੱਖ ਲਈਏ। ਤਾਂ ਜਦੋਂ ਸਾਨੂੰ ਦੋ ਸਮੀਕਰਨਾਂ ਦਿੱਤੀਆਂ ਹੋਣ ਚਾਹੇ ਉਹਨਾਂ ਨੂੰ ਸਾਨੂੰ ਗ੍ਰਾਫਿਕਲੀ ਵੀ ਸੋਲਵ ਕਰਨ ਨੂੰ ਕਿਹਾ ਹੋਵੇ ਤਾਂ ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਬੇਸਿਕ ਕਨਸੈਪਟ ਆ ਇਸ ਚੈਪਟਰ ਦਾ ਜਿਹੜਾ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਆ ਕਿ ਜਦੋਂ ਦੋ ਸਾਡੇ ਕੋਲ ਇਕੁਏਸ਼ਨਸ ਦਿੱਤੀਆਂ ਹੋਣ ਅਸੀਂ ਜਿਹੜੇ ਉਹਦੇ ਕੋਫੀਸ਼ੀਐਂਟਸ ਆ ਜਿਹੜੇ ਵੀ ਸਾਨੂੰ ਚੱਲ ਦਿੱਤੇ ਵੇ ਆ ਜਿਵੇਂ ਕਿ ਸਾਡੇ ਕੋਲੇ x ਤੇ y ਦਿੱਤੇ ਵੇ ਆ ਚੱਲ ਜਾਂ ਵੇਰੀਏਬਲਸ ਅਸੀਂ ਇਹਨਾਂ ਦੇ ਕੋਫੀਸ਼ੀਐਂਟਸ ਇਹਨਾਂ ਦੇ ਗੁਣਾਂਕਾਂ ਦਾ ਕੰਪੇਅਰ ਕਰਕੇ ਅਸੀਂ ਪਤਾ ਲਾ ਸਕਦੇ ਆ ਵੀ ਜਿਹੜਾ ਸਾਡੇ ਕੋਲੇ ਗ੍ਰਾਫ ਬਣੂਗਾ ਉਹ ਕਿਹੋ ਜਿਹਾ ਬਣੂਗਾ। ਤਾਂ ਹੁਣ ਕਿਵੇਂ ਪਤਾ ਲੱਗੂਗਾ ਉਹ ਸਾਰਿਆਂ ਤੋਂ ਪਹਿਲਾਂ ਸਾਨੂੰ ਜ਼ਰੂਰਤ ਕਾਹਦੀ ਆ x ਤੇ y ਦੇ ਕੋਫੀਸ਼ੀਐਂਟਸ ਪਤਾ ਲਾਉਣ ਦੀ ਗੁਣਾਂਕ ਪਤਾ ਲਾਉਣ ਦੀ। 9th ਦੇ ਵਾਰੀ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨੀ ਆ ਜਿਵੇਂ ਕਿ ਜਦੋਂ ਅਸੀਂ ਪਹਿਲੀ ਸਮੀਕਰਨ ਦੇ ਵਿੱਚ ਗੁਣਾਂਕ x ਦਾ ਹੈਗਾ a1 ਦੂਜੀ ਵਿੱਚ a2 ਫਿਰ y ਦਾ ਗੁਣਾਂਕ b1 ਦੂਸਰੀ ਸਮੀਕਰਨ ਵਿੱਚ b2 ਤੇ ਜਿਹੜੇ ਇਹ c1 ਤੇ c2 ਆ ਇਹ ਕੋਈ ਵੀ ਕਨਸਟੈਂਟ ਟਰਮ ਆ ਜਾਂ ਅਚਲ ਸੰਖਿਆ ਕੋਈ ਵੀ, ਠੀਕ ਹੈ। ਤਾਂ ਇਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ x ਤੇ y ਦੇ ਕੋਫੀਸ਼ੀਐਂਟ ਤੇ ਉਧਰੋਂ ਜਿਹੜੀਆਂ ਸਾਨੂੰ ਕਨਸਟੈਂਟ ਜਾਂ ਅਚਲ ਸੰਖਿਆ ਦਿੱਤੀ ਵੀ ਆ ਇਹਨਾਂ ਦੇ ਅਨੁਪਾਤ ਵੇਖਾਂਗੇ ਅਸੀਂ ਤੇ ਉਹਦੇ ਤੋਂ ਸਾਨੂੰ ਪਤਾ ਲੱਗ ਜੂਗਾ ਕਿ ਜਿਹੜੇ ਸਾਡਾ ਗ੍ਰਾਫ ਬਣੂਗਾ ਜਾਂ ਜਿਹੜੀਆਂ ਇਹ ਸਾਡੀਆਂ ਸਮੀਕਰਨਾਂ ਉਹਨਾਂ ਦੇ ਜਿਹੜੇ ਹੱਲ ਆ ਜਾਂ ਸੋਲਿਊਸ਼ਨ ਆ ਉਹ ਕਿਹੋ ਜਿਹੇ ਆ। ਤਾਂ ਪਹਿਲਾਂ ਆਪਾਂ ਇਹਨਾਂ ਦੇ ਦੇਖੋ ਲਿਖੀਏ x ਦਾ ਕੋਫੀਸ਼ੀਐਂਟ ਪਹਿਲੀ ਸਮੀਕਰਨ 'ਚ a1 ਤੇ ਉਹਦਾ ਅਨੁਪਾਤ ਅਸੀਂ ਲਵਾਂਗੇ ਤਾਂ ਬਟਾ a2 ਫਿਰ ਦੂਜਾ b1 ਬਟਾ b2 ਤੇ ਤੀਜਾ c1 ਬਟਾ c2। ਇਹ ਜੀ ਤੁਹਾਨੂੰ ਲਿਖਣਾ ਆ ਗਿਆ ਤੁਹਾਨੂੰ ਇਹ ਅਨੁਪਾਤ ਪਤਾ ਲੱਗ ਗਏ ਵੀ ਅਸੀਂ ਕਿਵੇਂ ਲਿਖਣੇ ਆ। ਤਾਂ ਫਿਰ ਉਹਦੇ ਮੈਂ ਤੁਹਾਨੂੰ ਤਰੀਕੇ ਦੱਸਦੀ ਆ ਕਿ ਕਿਵੇਂ ਸਾਨੂੰ ਪਤਾ ਲੱਗੂਗਾ ਗ੍ਰਾਫ ਦੇ ਵਿੱਚ ਜਦੋਂ ਆਪਾਂ ਗ੍ਰਾਫ ਬਣਾਵਾਂਗੇ ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਣਗੀਆਂ ਦੋਵਾਂ ਸਮੀਕਰਨਾਂ ਦੀਆਂ ਦੋ ਲਾਈਨਾਂ ਬਣਨਗੀਆਂ ਤਾਂ ਉਹ ਦੋ ਲਾਈਨਾਂ ਦੇ ਕੀ ਹੱਲ ਹੋ ਸਕਦੇ ਆ ਜਾਂ ਤਾਂ ਉਹ ਦੋਵੇਂ ਲਾਈਨਾਂ ਆਪਸ ਦੇ ਵਿੱਚ ਕੱਟਣਗੀਆਂ, ਠੀਕ ਹੈ, ਜਾਂ ਕੀ ਆ ਦੋਵੇਂ ਲਾਈਨਾਂ ਬਰਾਬਰ ਚੱਲੀ ਜਾਣਗੀਆਂ ਪੈਰਲਲ ਚੱਲੀ ਜਾਣਗੀਆਂ ਸਮਾਨਾਂਤਰ ਚੱਲੀ ਜਾਣਗੀਆਂ ਕਿਤੇ ਵੀ ਨਹੀਂ ਕੱਟਣਗੀਆਂ ਜਾ ਕੇ। ਤੇ ਤੀਜਾ ਹੱਲ ਕੀ ਹੋ ਸਕਦਾ ਕਿ ਇੱਕ ਜਦੋਂ ਅਸੀਂ ਸਮੀਕਰਨ ਦਾ ਗ੍ਰਾਫ ਬਣਾਵਾਂਗੇ ਤਾਂ ਇੱਕ ਲਾਈਨ ਜਿਹੜੀ ਬਣ ਗਈ ਜਦੋਂ ਅਸੀਂ ਦੂਜੇ ਦਾ ਗ੍ਰਾਫ ਬਣਾਵਾਂਗੇ ਤਾਂ ਉਹ ਸਾਰੇ ਪੁਆਇੰਟ ਵੀ ਉਸੇ ਲਾਈਨ ਦੇ ਉੱਤੇ ਆ ਜਾਣਗੇ। ਤਾਂ ਇਸ ਤੋਂ ਇਲਾਵਾ ਦੋ ਲਾਈਨਾਂ ਦਾ ਹੋਰ ਕੋਈ ਵੀ ਸੋਲਿਊਸ਼ਨ ਨਹੀਂ ਹੁੰਦਾ ਜਾਂ ਉਹ ਕੱਟਦੀਆਂ ਜਾਂ ਉਹ ਨਹੀਂ ਕੱਟਦੀਆਂ ਤੇ ਜਾਂ ਫਿਰ ਉਹ ਇੱਕ ਦੂਜੇ ਨੂੰ ਕਵਰ ਕਰ ਲੈਂਦੀਆਂ ਸਾਰੇ ਪੁਆਇੰਟਸ ਇੱਕ ਦੂਜੇ ਦੇ ਉੱਪਰ ਹੀ ਆ ਜਾਂਦੇ ਆ। ਪੁਆਇੰਟਸ ਨਹੀਂ ਮਤਲਬ ਕਿ ਉਸ ਇੱਕੋ ਲਾਈਨ ਦੇ ਉੱਤੇ ਦੂਜੀ ਸਮੀਕਰਨ ਦੇ ਵੀ ਜਿਹੜੇ ਪੁਆਇੰਟ ਆ ਉਹ ਆ ਜਾਂਦੇ ਆ। ਤਾਂ ਹੁਣ ਕਦੋਂ ਦੋਵੇਂ ਲਾਈਨਾਂ ਆਪਸ ਵਿੱਚ ਕੱਟਣਗੀਆਂ ਕਦੋਂ ਸਮਾਨਾਂਤਰ ਹੋਣਗੀਆਂ ਤੇ ਕਦੋਂ ਉਹ ਇੱਕ ਦੂਜੇ ਦੇ ਉੱਪਰ ਹੀ ਆ ਜਾਣਗੀਆਂ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ a1 ਬਟਾ a2 ਅਸੀਂ ਵੇਖਿਆ ਜੇ ਤਾਂ
ਉਹ ਦੋਵੇਂ ਆਪਸ ਦੇ ਵਿੱਚ ਬਰਾਬਰ ਨਹੀਂ ਹੈਗੇ a1 ਬਟਾ a2 ਤੇ b1 ਬਟਾ b2 ਮਤਲਬ ਕਿ x ਦੇ ਜਿਹੜੇ ਕੋਫੀਸ਼ੀਐਂਟ ਹੈਗੇ ਆ ਤੇ y ਦੇ ਕੋਫੀਸ਼ੀਐਂਟ ਦਾ ਅਨੁਪਾਤ ਜੇ ਆਪਸ ਦੇ ਵਿੱਚ ਬਰਾਬਰ ਨਹੀਂ ਹੈਗਾ ਤਾਂ ਇਹਦਾ ਕੀ ਮਤਲਬ ਆ ਕਿ ਉਹ ਲਾਈਨਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਣਗੀਆਂ। ਉਦੋਂ ਕੀ ਹੋਊਗਾ, ਇਹਨਾਂ ਦਾ ਇੱਕ ਵਿਲੱਖਣ ਹੱਲ ਗੱਲਾਂ ਜਿਹੜੀਆਂ ਮੈਂ ਦੱਸੀ ਜਾਂਦੀ ਹਾਂ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਚੰਗੀ ਤਰ੍ਹਾਂ। ਪੇਪਰ ਦੇ ਵਿੱਚ ਸ਼ਾਰਟ ਕੁਐਸਚਨ ਦੇ ਵਿੱਚ ਵੀ ਇਹਦੇ ਨਾਲ ਦਾ ਇੱਕ ਕੁਐਸਚਨ ਆਉਂਦਾ ਤੇ ਇੱਕ ਤੁਹਾਡਾ ਗ੍ਰਾਫ ਦਾ 6 ਨੰਬਰ ਦਾ ਕੁਐਸਚਨ ਵੀ ਫਾਈਨਲ ਐਗਜ਼ਾਮ ਦੇ ਵਿੱਚ ਜ਼ਰੂਰ ਆਉਂਦਾ। ਤਾਂ ਇੱਕ ਵਿਲੱਖਣ ਹੱਲ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਯੂਨੀਕ ਸੋਲਿਊਸ਼ਨ। ਯੂਨੀਕ ਸੋਲਿਊਸ਼ਨ, ਯੂਨੀਕ ਦਾ ਮਤਲਬ ਸਿਰਫ ਇੱਕੋ ਹੀ ਹੱਲ ਹੁੰਦਾ। ਤਾਂ ਹੁਣ ਦੇਖੋ ਜਦੋਂ ਦੋ ਲਾਈਨਾਂ ਆਪਸ ਦੇ ਵਿੱਚ ਦੋ ਲਾਈਨਾਂ ਸਿਰਫ ਇੱਕ ਬਿੰਦੂ ਤੇ ਹੀ ਕੱਟ ਸਕਦੀਆਂ, ਇੱਕ ਤੋਂ ਜ਼ਿਆਦਾ ਬਿੰਦੂਆਂ ਤੇ ਉਹ ਨਹੀਂ ਕੱਟ ਸਕਦੀਆਂ। ਤਾਂ ਕਰਕੇ ਇੱਥੋਂ ਸਾਨੂੰ ਜਦੋਂ ਇੱਕ ਗ੍ਰਾਫ ਦੀਆਂ ਦੋ ਲਾਈਨਾਂ ਆਪਸ ਦੇ ਵਿੱਚ ਕੱਟ ਗਈਆਂ ਤਾਂ ਉਦੋਂ ਉਹਦਾ ਕੀ ਹੁੰਦਾ, ਯੂਨੀਕ ਸੋਲਿਊਸ਼ਨ ਹੁੰਦਾ, ਇੱਕ ਹੱਲ ਹੁੰਦਾ। ਇੱਕ ਹੱਲ ਦਾ ਮਤਲਬ ਕਿ ਉਹ ਸਿਰਫ ਇੱਕੋ ਹੀ ਬਿੰਦੂ ਤੇ ਆਪਸ ਦੇ ਵਿੱਚ ਕੱਟਦੀਆਂ। ਹੁਣ ਜਦੋਂ a1 ਬਟਾ a2 ਅਸੀਂ ਵੇਖਿਆ ਕਿ ਉਹ ਬਰਾਬਰ ਆ ਗਿਆ, ਠੀਕ ਹੈ। ਪਹਿਲਾਂ ਤਾਂ ਅਸੀਂ ਕਿਹਾ ਸੀ ਵੀ ਉਹ ਬਰਾਬਰ ਹੀ ਨਹੀਂ ਹੈਗਾ, ਪਰ ਕੋਈ ਕੇਸ ਇਹੋ ਜਿਹਾ ਵੀ ਹੁੰਦਾ ਕਿ ਜਦੋਂ x ਤੇ y ਦੇ ਕੋਫੀਸ਼ੀਐਂਟਸ ਦੋਨਾਂ ਜਿਹੜੀਆਂ ਸਮੀਕਰਨਾਂ ਦੋਨਾਂ ਇਕੁਏਸ਼ਨਸ ਦੇ ਆਪਸ 'ਚ ਇਕੁਅਲ ਵੀ ਆ ਸਕਦੇ ਆ। ਤਾਂ ਹੁਣ ਫਿਰ ਅਸੀਂ ਕੀ ਚੈੱਕ ਕਰਨਾ, ਅਸੀਂ ਤੀਜਾ ਚੈੱਕ ਕਰਾਂਗੇ c1 ਬਟਾ c2। ਹੁਣ ਜੇ ਉਹ a1 ਬਟਾ a2 ਤੇ b1 b2 ਬਟਾ b2 ਤਾਂ ਪਹਿਲਾਂ ਹੀ ਇਕੁਅਲ ਸੀਗੇ, ਜੇ c1 ਬਟਾ c2 ਇਕੁਅਲ ਨਹੀਂ ਆਇਆ ਤਾਂ ਅਸੀਂ ਆ ਨਿਸ਼ਾਨੀ ਲਾਤੀ ਨੋਟ ਇਕੁਅਲ ਦੀ, ਜਿਵੇਂ ਇੱਥੇ ਅਸੀਂ ਲਾਈ ਸੀ, ਇਹਦਾ ਮਤਲਬ ਇਹ ਬਰਾਬਰ ਨਹੀਂ ਹੈਗਾ, ਹੈ ਨਾ। ਤਾਂ ਨੋਟ ਇਕੁਅਲ ਤਾਂ ਇਹਦਾ ਕੀ ਮਤਲਬ ਆ ਕਿ ਜਿਹੜੀਆਂ ਦੋਵੇਂ ਲਾਈਨਾਂ ਆਪਸ ਦੇ ਵਿੱਚ ਪੈਰਲਲ ਹੋਣਗੀਆਂ, ਦੋਨੇ ਲਾਈਨਸ ਆਪਸ ਦੇ ਵਿੱਚ ਸਮਾਨ ਅੰਤਰ ਹੋਣਗੀਆਂ, ਮਤਲਬ ਕਿ ਉਹ ਕਦੇ ਵੀ ਮੀਟ ਨਹੀਂ ਕਰਨਗੀਆਂ, ਮਿਲਣਗੀਆਂ ਨਹੀਂ। ਤਾਂ ਅਸੀਂ ਇੱਥੇ ਲਿਖਾਂਗੇ ਨਹੀਂ, ਪੰਜਾਬੀ ਵਾਲੇ ਬੱਚੇ ਲਿਖਣਗੇ ਕੋਈ ਹੱਲ ਨਹੀਂ ਹੈ। ਹੁਣ ਗੱਲ ਆ ਗਈ ਵੀ ਇਹ ਤਾਂ ਆਪਾਂ ਗੱਲ ਕੀਤੀ ਜਦੋਂ ਆਪਸ ਦੇ ਵਿੱਚ ਇਹ ਬਰਾਬਰ ਨਹੀਂ ਆਈਆਂ। ਹੁਣ ਇਹ ਵੀ ਹੋ ਸਕਦਾ ਵੀ ਜਿਹੜਾ c1 ਬਟਾ c2 ਆ ਉਹ a1 ਬਟਾ a2 ਤੇ b1 ਬਟਾ b2 ਦੇ ਅਨੁਪਾਤ ਦੇ ਬਰਾਬਰ ਆ ਜੇ। ਜੇ ਬਰਾਬਰ ਆ ਗਿਆ ਤਾਂ ਇਹਦਾ ਕੀ ਮਤਲਬ ਆ, ਇੱਕ ਸਮੀਕਰਨ ਦੇ ਜਿਹੜੇ ਪੁਆਇੰਟ ਆ ਸਾਰੇ ਤੇ ਦੂਜੀ ਦੇ ਉਹਦੇ ਉੱਪਰ ਹੀ ਆ ਜਾਣਗੇ। ਉੱਪਰ ਜੇ ਆ ਗਏ ਤਾਂ ਦੇਖੋ ਬੇਟੇ ਸਾਨੂੰ ਉਹਦਾ ਹੱਲ ਲੱਭਣਾ ਹੀ ਔਖਾ, ਕਿਉਂਕਿ ਪਤਾ ਨਹੀਂ ਕਿਹੜੇ ਬਿੰਦੂ ਨੂੰ ਅਸੀਂ ਉਹਦਾ ਹੱਲ ਮੰਨਾਂਗੇ। ਤਾਂ ਇਸ ਲਈ ਅਸੀਂ ਲਿਖ ਸਕਦੇ ਹਾਂ ਮੈਨੀ ਸੋਲਿਊਸ਼ਨ ਜਾਂ ਇਨਫਾਈਨਾਈਟਲੀ ਮੈਨੀ ਸੋਲਿਊਸ਼ਨ। ਤੇ ਪੰਜਾਬੀ ਦੇ ਵਿੱਚ ਲਿਖਾਂਗੇ ਅਨੇਕ ਹੱਲ। ਤਾਂ ਇਹ ਹੋ ਗਿਆ ਕਿ ਜੇ ਸਾਨੂੰ ਦੋ ਚੱਲ ਵਾਲੀਆਂ ਸਮੀਕਰਨ ਦਾ ਜੋੜਾ ਦਿੱਤਾ ਹੋਵੇ, ਦੋ ਚਲਾਂ ਦੇ ਵਿੱਚ ਰੇਖੀ ਸਮੀਕਰਨ ਜੋੜਾ ਦਿੱਤਾ ਹੋਵੇ ਜਾਂ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ ਦਿੱਤਾ ਹੋਵੇ ਤਾਂ ਅਸੀਂ ਉਹਨਾਂ ਦੇ ਹੱਲ ਕਿਵੇਂ ਦੱਸਣੇ ਆ। ਇਹ ਗ੍ਰਾਫਿਕਲੀ ਵੀ ਤੁਹਾਡੇ ਕੰਮ ਆਉਣਗੀਆਂ ਇਹ ਗੱਲਾਂ ਤਿੰਨੇ, ਤੇ ਜਦੋਂ ਅਸੀਂ ਸਾਡੇ ਤੋਂ ਵੈਸੇ ਵੀ ਪੁੱਛਿਆ ਜਾਊਗਾ ਵੀ ਸਮੀਕਰਨਾਂ ਦੇ ਹੱਲ ਦੱਸੋ ਤਾਂ ਉਦੋਂ ਵੀ ਇਹ ਤੁਹਾਡੇ ਕੰਮ ਆਊਗਾ। ਕੁਐਸਚਨ ਨੰਬਰ 2 ਦੇ ਵਿੱਚ ਸਾਡੇ ਤੋਂ ਇਹ ਪੁੱਛਿਆ ਗਿਆ ਕਿ a1 ਓਵਰ a2 b1 ਓਵਰ b2 c1 ਓਵਰ c2 ਮਤਲਬ ਕਿ x ਤੇ y ਦੇ ਕੋਫੀਸ਼ੀਐਂਟ ਤੇ ਕਨਸਟੈਂਟ ਟਰਮਸ ਦੇ ਕੋਫੀਸ਼ੀਐਂਟਸ ਦਾ ਕੰਪੈਰੀਜ਼ਨ ਕਰਕੇ ਤੁਸੀਂ ਇਹ ਪਤਾ ਲਾਓ ਕਿ ਇਹ ਸਮੀਕਰਨ ਦਾ ਜਿਹੜਾ ਜੋੜਾ ਇਹਦਾ ਕਿਹੜਾ ਹੱਲ ਆ, ਮਤਲਬ ਕਿ ਇਹਦਾ ਯੂਨੀਕ ਸੋਲਿਊਸ਼ਨ ਆ, ਵਿਲੱਖਣ ਹੱਲ ਆ, ਜਾਂ ਕੋਈ ਹੱਲ ਨਹੀਂ ਨੋ ਸੋਲਿਊਸ਼ਨ, ਜਾਂ ਇਹ ਸਮਾਨਾਂਤਰ ਆ ਮੈਨੀ ਸੋਲਿਊਸ਼ਨ ਆ, ਜਾਂ ਸੰਪਾਤੀ ਜੋੜਾ ਇਹ। ਤਾਂ ਜਿਵੇਂ ਕਿ ਇੰਟਰੋਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਸਾਰਿਆਂ ਤੋਂ ਪਹਿਲਾਂ ਅਸੀਂ x ਤੇ y ਦੇ ਕੋਫੀਸ਼ੀਐਂਟਸ ਲਿਖਣੇ ਆ। ਤਾਂ ਆਪਾਂ x ਦੇ ਜਿਹੜੇ ਪਹਿਲੀ ਸਮੀਕਰਨ ਇਹਦੇ ਵਿੱਚ ਆਪਾਂ x ਦੇ ਕੋਫੀਸ਼ੀਐਂਟ ਨੂੰ ਲਿਖਣਾ a1, ਦੂਜੀ ਸਮੀਕਰਨ ਦੇ ਵਿੱਚ x ਦੇ ਕੋਫੀਸ਼ੀਐਂਟ ਨੂੰ ਆਪਾਂ ਲਿਖਣਾ a2। ਤਾਂ ਦੇਖੋ ਪਹਿਲਾਂ ਅਸੀਂ a1 ਲਿਖਿਆ 5 ਤੇ a2 ਲਿਖਿਆ 7।
ਹੁਣ ਇਸ ਤੋਂ ਬਾਅਦ ਅਸੀਂ ਲਿਖਣਾ B1 ਤੇ B2। ਹੁਣ B1 ਦੇਖੋ बेटा y का कोफिशिएंट मतलब कि असी y नहीं लिखनी, y तो अगे की पिया 4 ते 4 दे नाल जिहड़ा निशान भी पिया असी वो भी नाल लिखना माइनस दे 4। फिर दूजी समीकरण दे विच देखो y का कोफिशिएंट कितना 6। हुण गल आ गई C1 ते C2 दी। तो जदों मैं थोनों इंट्रोडक्शन दे विच दस्सिया सी उदों इक्वैलिटी तो दूजे पासे सीगे C1 ते C2। इत्थे साडे कोले इत्थे ही पए आ, तां असी इसे तरह इनू लिख लांगे C1 हो गया साडे कोले 8 ते C2 कितना हो गया माइनस दे 9। इहदे नाल कोई खास फर्क नहीं पैना, जे असी चाहिए तां असी इनू चक के बराबर तो दूजे पासे भी लै जाएंगे, फिर सानू उहदे निशान बदलने पैणगे, तां इत्थे असी इनू इस तरह भी लिख सकते हैं। हुण आपां कंपैरिजन करते हैं। पहलां असी रेशो लिखिए, अनुपात लिखिए A1 ओवर A2 5/7। फिर असी लिखिया B1 बटा B2 वो कितना आया साडे कोले देखो माइनस दे 4/6। जे असी इनू कट्टना होवे असी कट भी सकते हैं, तो साडा आंसर आ गया माइनस दे 2/3। हुण असी इत्थे ये वेख्या भी A1 ओवर A2 ते B1 ओवर B2 आ जिहड़े वो इक्वल नहीं आए, तो हुण साडी पहली कंडीशन आ जिहड़ी भी ये इक्वल ही नहीं है, तो इत्थे ही साडा जिहड़ा सम है खत्म हो गया। इत्थों सानू पता लग गया कि जदों x ते y दे कोफिशिएंट्स की रेशो अनुपात आपस दे विच बराबर नहीं आउंदा, तो उहदा एक विलक्षण हल हुंदा समीकरण का। तो आपां लिखांगे विलक्षण हल है। तुसी ये भी लिख सकते हैं कि एक ही हल है, तो इंग्लिश दे विच आपां लिखांगे यूनीक सल्यूशन। तो इस तरह असी चैक कर सकते हैं कि जिहड़ियां दो समीकरण सानू दित्तियां भी उहदा सल्यूशन आ वो की होगा। सैकेंड पार्ट दे विच फिर आपां पहला की लिखने आ कोफिशिएंट्स ऑफ एक्स ते वाई। पता लग गया होना कि असी किवें लिखने आ। A1 असी लिखना जिहड़ी पहली समीकरण उहदे विच एक्स दे कोफिशिएंट नूं, ते दूजी समीकरण दे विच एक्स दा जिहड़ा कोफिशिएंट आ या उहदा गुणांक आ उहनूं असी लिख लेना A2। तो A1 साडे कोले कितना हो गया 9 ते A2 कितना हो गया 18। हुण आपां लिखदे हां B1 ते B2। B1 देखो बेटा y दे अगे कितना 3, B2 इस y दे अगे कितना 6। दूजी समीकरण दे विच निशान दोवां दे प्लस दे आ, तां करके हुण इत्ते निशान दा नहीं कोई भी चक्कर। हुण लिखांगे आपां C1 देखो 12 ते C2 कितना साडे कोले 24। हुण नैक्सट स्टैप याद हो गया होगा, आपां की लिखना इन्हां दा अनुपात। पहलां आपां A1 बटा A2 लिख लीए, कितना होया वो हो गया साडे कोले 9/18। इनू आपां कैंसल कर सकते हैं 1/2। हुण आपां लिखिए B1 बटा B2। B1 कितना साडे कोले 3 ते B2 6। तो हुण आपां जदों वेख्या कि साडे कोले A1 ते A1 बटा A2 ते B1 बटा B2 दोवें इक्वल आ गए, तो जे तो इक्वल ना आउंदे तो साडा सवाल उत्थे ही खत्म हो जाना सी। असी लिख देना सी कि एक हल आ इस समीकरण का भी। बट हुण जदों दोवें इक्वल आ गए साडे कोले उदों असी की चैक करना, हुण असी तीजा अनुपात आ जिहड़ा कॉन्सटेंट टर्म्स का अचल संख्यावां का उहनूं भी चैक करांगे। तां 12/24, तो ये भी देखो कैंसलेशन होगी। तो हुण जदों असी वेख्या भी साडे कोले तिन्ने अनुपात आ जिहड़े वो 1/2 1/2 ते 1/2 आ गए। इहदा की मतलब हो गया, मैं तुहानूं इंट्रोडक्शन दे विच दस्सिया सी कि जदों तिन्ने अनुपात बराबर आ गए तो ये आपां लिखांगे की आ भी रेखावां की आ संपाती हन। दा मतलब की हो गया
ਕਿ ਉਹ ਜਿਹੜੀਆਂ ਲਾਈਨਾਂ ਇੱਕ ਦੂਜੇ ਦੇ ਉੱਪਰ ਹੀ ਆ ਗਿਆ, ਉਹਨੂੰ ਕੋਇਨਸਾਈਡ ਕਰ ਗਈਆਂ। ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਇਹਦੇ ਹੁਣ ਅਨੇਕ ਹੱਲ ਹੋ ਗਏ। ਤਾਂ ਲਾਈਨਸ ਕੋਇਨਸਾਈਡ ਈਚ ਅਦਰ, ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਉਹਨਾਂ ਨੇ ਇੱਕ ਦੂਜੇ ਨੂੰ ਕੋਇਨਸਾਈਡ ਕਰਤਾ, ਇੱਕ ਦੂਸਰੇ ਦੇ ਉੱਪਰ ਹੀ ਆ ਗਈਆਂ, ਤਾਂ ਇਹਦੇ ਅਨੇਕ ਹੱਲ ਹਨ, ਮੈਨੀ ਸੋਲਿਊਸ਼ਨਸ। ਠੀਕ ਹੈ, ਤਾਂ ਇਹ ਤੁਹਾਡਾ ਹੋ ਗਿਆ ਸੈਕਿੰਡ ਪਾਰਟ। ਇਸੇ ਤਰ੍ਹਾਂ ਤੁਸੀਂ ਜਿਹੜਾ ਆਪਣਾ ਥਰਡ ਪਾਰਟ ਆ ਉਹ ਵੀ ਆਪਣੇ ਆਪ ਚੈੱਕ ਕਰਕੇ ਦੱਸ ਸਕਦੇ ਆ ਕਿ ਜਿਹੜੀਆਂ ਲਾਈਨਸ ਆਪਸ ਦੇ ਵਿੱਚ ਪੈਰਲਲ ਆ ਜਾਂ ਕੋਇਨਸਾਈਡ ਆ, ਸੰਪਾਤੀ ਆ। ਤਾਂ ਇਹ ਜਿਹੜਾ ਥਰਡ ਪਾਰਟ ਆ ਉਹ ਤੁਸੀਂ ਆਪੇ ਕਰੋਗੇ। ਥੈਂਕ ਯੂ ਬੇਟਾ।